ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਅੰਤ ਨ ਪਾਵਤ ਦੇਵ ਸਭੈ ਮੁਨਾ, ਇੰਦਰ ਮਹਾਸਿਵ ਜੋਗ ਕਰੀ। ਪੁਨ ਬੇਦ ਪਰੰਚ ਵਿਚਾਰ ਰਹਿਓ, ਹਰ ਜਾਪ ਨ ਛੱਡਿਓ ਏਕ ਘਰੀ। ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਧਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਧਰੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸੁਖਾਓ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਇ। ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖੁਸਾਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਕੁਟੰਬ ਜਤਨ ਕਰਨੰ, ਮਾਇਆ ਅਨੇਕ ਉਦਮਾ। ਹਰ ਭਗਤ ਭਾਵਹੀਨੰ, ਨਾਨਕ ਪ੍ਰਭ ਬਿਸਰਤ ਸੇ ਪ੍ਰੇਤ ਤਹ। ਟੁੱਟੜੀਆਂ ਸਾਂ ਪ੍ਰੀਤ, ਜੋ ਲਾਈ ਬੇਅੰਸਿਓ। ਨਾਨਕ ਸੱਚੀ ਰੀਤ, ਸਾਈਂ ਸੇਤੀ ਰਤਿਆ। ਕੁਟੰਬ ਜਤਨ ਕਰਨੰ, ਮਾਇਆ ਅਨੇਕ ਉਦਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਵਿੱਤਰ ਬਾਣੀ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਆਸਾ ਜੀ ਦੀ ਵਾਰ ਸਰਵਣ ਕੀਤੀ ਹੈ।
ਉਸ ਤੋਂ ਪਹਿਲਾਂ ਨਿਤਨੇਮ ਦੀਆਂ ਗੁਰਬਾਣੀਆਂ ਸਰਵਣ ਕੀਤੀਆਂ। ਇਸ ਸਮੇਂ ਮਹਾਰਾਜ ਨੇ ਮਹਾਨ ਕਿਰਪਾ ਕਰਦਿਆਂ ਹੋਇਆਂ ਗੁਰਬਾਣੀ ਸ਼ਬਦ ਦੀ ਵਿਚਾਰ ਜੋ ਕਥਾ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ, ਕੁਝ ਸਮੇਂ ਲਈ ਆਪਣੇ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਸਾਡੀ ਝੋਲੀ ਪੈ ਰਹੇ ਨੇ, ਐਸੇ ਬਚਨਾਂ ਨੂੰ ਸਰਵਣ ਕਰੀਏ ਤਾਂ ਕਿ ਸਾਡਾ ਇਹ ਮਨੁੱਖਾ ਜਨਮ ਸਫਲਾ ਹੋਵੇ। ਮਿਲ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਚੌਥਾ ਸ਼ਲੋਕ ਅੱਜ ਬਖਸ਼ਿਸ਼ ਕਰ ਰਹੇ ਨੇ। ਇਹ ਜੋ ਪਵਿੱਤਰ ਬਾਣੀ ਹੈ ਮਹਾਰਾਜ ਜੀਆਂ ਦੀ, ਇਹ ਜੈਤਸਰੀ ਦੀ ਵਾਰ ਦੀ ਆਪਾਂ ਵਿਚਾਰ ਸਰਵਣ ਕਰ ਰਹੇ ਹਾਂ। ਜੈਤਸਰੀ ਰਾਗ ਹੈ, ਉਹਦੇ ਅੰਦਰ ਮਹਾਰਾਜ ਜੀਆਂ ਨੇ ਇਹ ਵਾਰ ਬਖਸ਼ੀ ਹੈ। ਇਸ ਵਾਰ ਦੇ 20 ਸ਼ਲੋਕ ਮਹਾਰਾਜ ਨੇ ਲਿਖੇ ਨੇ ਔਰ ਇਹ ਗੁਰਬਾਣੀ ਵੈਰਾਗ ਨੂੰ ਪੈਦਾ ਕਰਨ ਵਾਲੀ ਹੈ। ਜਿਵੇਂ ਆਪਾਂ ਪਹਿਲਾਂ ਵੀ ਬਚਨ ਸਰਵਣ ਕੀਤੇ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਉਹਦੇ ਨਿਮਿਤ ਇਸ ਬਾਣੀ ਦੀ ਕਥਾ ਵਿਚਾਰ ਹੁੰਦੀ ਹੈ ਤਾਂ ਕਿ ਜਿਹੜੇ ਬਾਕੀ ਮੈਂਬਰ ਨੇ ਪਰਿਵਾਰ ਦੇ ਉਹਨਾਂ ਦਾ ਮੋਹ ਛੁੱਟ ਸਕੇ ਅਤੇ ਇਹ ਸਭ ਕੁਝ ਨਾਸਵੰਤ ਹੈ, ਸੋਝੀ ਆ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਚੌਥਾ ਸ਼ਲੋਕ ਬਖਸ਼ਿਸ਼ ਕਰਦੇ ਨੇ। ਸ਼ਲੋਕ ਤੋਂ ਭਾਵ ਸਵੈ ਲੋਕ ਦੀ ਪ੍ਰਾਪਤੀ ਵਾਲਾ, ਜਿਸ ਨੂੰ ਪੜ੍ਹ ਕੇ ਜਿਸ ਦੀ ਕਮਾਈ ਕਰਕੇ ਉਹ ਲੋਕ ਪ੍ਰਾਪਤ ਹੋ ਜਾਵੇ ਜਿਸ ਲੋਕ ਤੋਂ ਇਹ ਬਾਣੀ ਆਈ ਹੈ। ਬਾਣੀ ਆਈ ਹੈ ਸੱਚਖੰਡ ਦੇ ਵਿੱਚੋਂ। ਜਿਹੜਾ ਇਸ ਬਾਣੀ ਦੇ ਇਸ ਸ਼ਲੋਕ ਦੀ ਕਮਾਈ ਕਰੇਗਾ ਉਹ ਵਿਅਕਤੀ ਆਪ ਵੀ ਸੱਚਖੰਡ ਨੂੰ ਚਲਾ ਜਾਏਗਾ, ਸੱਚਖੰਡ ਦੀ ਪ੍ਰਾਪਤੀ ਵਾਲਾ ਬਣ ਜਾਏਗਾ। ਐਸਾ ਸ਼ਲੋਕ ਮਹਾਰਾਜ ਬਖਸ਼ਦੇ ਹਨ। ਕੁਟੰਬ ਜਤਨ ਕਰਨ। ਮਹਾਰਾਜ ਕਹਿਣ ਲੱਗੇ ਇਹ ਜਿਹੜਾ ਵਿਅਕਤੀ ਹੈ ਨਾ, ਪਰਿਵਾਰ ਨੂੰ ਪਾਲਣ ਦੇ ਸਾਰੇ ਹੀ ਯਤਨ ਕਰਦਾ। ਕੁਟੰਬ ਨਾਮ ਪਰਿਵਾਰ ਦਾ, ਇਸਤਰੀ ਤੋਂ ਅੱਗੇ ਵਧਿਆ ਹੋਇਆ ਪਰਿਵਾਰ। ਜਿਵੇਂ ਬੱਚੇ ਨੇ, ਪੁੱਤਰ ਨੇ, ਧੀਆਂ ਨੇ, ਪੋਤਰੇ ਪੜੋਤਰੇ ਦੋਤਰੇ ਵਗੈਰਾ ਜੋ ਵੀ ਨੇ, ਇਹ ਪਰਿਵਾਰ ਜਿਹੜਾ ਅੱਗੇ ਵੱਧ ਗਿਆ ਹੈ, ਇਸਤਰੀ ਤੋਂ ਅੱਗੇ ਬੱਚੇ ਪਰਿਵਾਰ ਬਣਿਆ, ਉਹਨੂੰ ਪਾਲਣ ਵਾਸਤੇ ਬੜੇ ਯਤਨ ਕਰਦਾ। ਦਿਨੇ ਰਾਤ ਭੱਜਦਾ, ਨੱਠਦਾ, ਮਿਹਨਤ ਕਰਦਾ, ਲੋਕਾਂ ਨਾਲ ਠੱਗੀ ਕਰਦਾ, ਲੋਕਾਂ ਨਾਲ ਧੋਖਾ ਕਰਦਾ, ਕਿਤੇ ਝੂਠ ਬੋਲਦਾ, ਕਿਤੇ ਚਾਪਲੂਸੀ ਕਰਦਾ। ਕਾਹਦੇ ਵਾਸਤੇ? ਮੇਰੀ ਨੌਕਰੀ ਬਣੀ ਰਵੇ, ਮੇਰਾ ਬਿਜ਼ਨਸ ਬਣਿਆ ਰਵੇ, ਮੇਰਾ ਵਪਾਰ ਬਣਿਆ ਰਵੇ, ਮੇਰੀ ਲੋਕਾਂ ਨਾਲ ਰਹਿਣੀ ਬਹਿਣੀ ਬਣੀ ਰਵੇ ਤੇ ਮੈਨੂੰ ਇੱਥੋਂ ਕੰਮ ਮਿਲਦਾ ਰਵੇ। ਮਹਾਰਾਜ ਕਹਿਣ ਲੱਗੇ ਇਹ ਬੰਦਾ ਪਰਿਵਾਰ ਨੂੰ ਪਾਲਣ ਵਾਸਤੇ ਬੜੇ ਯਤਨ ਕਰਦਾ। ਜਿਹੜਾ ਵੀ ਹੀਲਾ ਇਸ ਨੂੰ ਅਪਣਾਉਣਾ ਪਵੇ ਅਪਣਾਉਂਦਾ ਹੈ। ਦੁਨੀਆ ਦੇ ਲੋਕ ਕੀ ਕਹਿਣਗੇ, ਚੰਗਾ ਕਹਿਣਗੇ, ਮਾੜਾ ਕਹਿਣਗੇ। ਕਈ ਵਾਰੀ ਸਮਾਂ ਇਹੋ ਜਿਹਾ ਆ ਜਾਂਦਾ ਉਸ ਗੱਲ ਦੀ ਵੀ ਵਿਚਾਰ ਨਹੀਂ ਕਰਦਾ ਵੀ ਦੁਨੀਆ ਕੀ ਆਖਦੀ ਹੈ। ਜਦੋਂ ਆਪ ਦੇ ਸਾਹਮਣੇ ਭੁੱਖ ਹੋਵੇ, ਪਰਿਵਾਰ ਦੇ ਸਾਹਮਣੇ ਭੁੱਖ ਹੋਵੇ, ਫਿਰ ਸਭ ਕੁਝ ਕਰਨ ਨੂੰ ਤਿਆਰ ਹੈ। ਦੁਨੀਆ ਕੀ ਕਹਿੰਦੀ ਹੈ ਇਹਦਾ ਕੋਈ ਵਿਚਾਰ ਨਹੀਂ। ਮਹਾਰਾਜ ਕਹਿਣ ਲੱਗੇ ਕੁਟੰਬ ਯਤਨ ਕਰਨੰ, ਪਰਿਵਾਰ ਨੂੰ ਪਾਲਣ ਦੇ ਸਾਰੇ ਹੀ ਯਤਨ ਕਰਦਾ। ਜਿਹੜਾ ਵੀ ਯਤਨ ਇਸ ਨੂੰ ਕਰਨਾ ਪਵੇ ਉਹ ਕਰ ਲੈਂਦਾ ਹੈ। ਮਾਇਆ ਅਨੇਕ ਉਦਮ ਹੈ। ਮਾਇਆ ਨੂੰ ਕਮਾਉਣ ਵਾਸਤੇ, ਪੈਸਾ ਕਮਾਉਣ ਵਾਸਤੇ ਅਨੇਕ ਤਰ੍ਹਾਂ ਦੇ ਉਦਮ ਕੀਏ, ਹੀਲੇ ਕਰਦਾ। ਇਹ ਘੰਟਾ ਹੋਰ ਕੰਮ ਕਰ ਲਵਾਂ, ਇੱਥੋਂ 4 ਪੈਸੇ ਮਿਲ ਜਾਣਗੇ। ਨੌਕਰੀ ਤੋਂ ਵੀ ਅੱਗੇ ਇੱਕ ਹੋਰ ਘੰਟਾ ਕੰਮ ਕੀਤਾ, ਵਿਚਾਰ ਬਣਿਆ ਜਾ ਕੇ ਸੌਣਾ ਹੀ ਹੈ, 1 ਘੰਟਾ ਹੋਰ ਕੰਮ ਕਰ ਲਵਾਂ, ਦਿਨੇ ਵੀ ਪਹਿਲਾਂ ਆ ਜਾਵਾਂ, ਰਾਤ ਨੂੰ ਵੀ ਲੇਟ ਜਾਵਾਂ। ਕਾਹਦੇ ਵਾਸਤੇ? ਹੀਲਾ ਕਰਦਾ ਕਿ ਮਾਇਆ ਇੱਥੋਂ ਮਿਲਦੀ ਹੈ ਲੈ ਹੀ ਲਵਾਂ। ਰਿਸ਼ਤੇਦਾਰ, ਸਾਕ ਸੰਬੰਧੀ, ਭੈਣਾਂ ਭਰਾ
ਉਹਨਾਂ ਤੋਂ ਵੀ ਦੂਰ ਹੋ ਜਾਂਦਾ ਹੈ। ਪਰਿਵਾਰ ਨੂੰ ਆਖਦਾ ਤੁਸੀਂ ਚਲੇ ਜਾਓ, ਮੈਂ ਇੱਥੇ ਰਹਿ ਕੇ ਕਮਾਈ ਨੂੰ ਕਰਾਂਗਾ। ਮਾਇਆ ਅਨੇਕ ਉਦਮ ਹੈ, ਮਾਇਆ ਦੀ ਪ੍ਰਾਪਤੀ ਵਾਸਤੇ ਬੜੇ ਉਦਮ ਕਰਦਾ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ। ਕਾਹੇ ਰੇ ਮਨ ਚਿਤਵੈ ਉਦਮ, ਉਦਮ ਤੋਂ ਭਾਵ ਹੀਲਾ ਕਰਨਾ, ਕੋਈ ਨਾ ਕੋਈ ਯਤਨ ਕਰਨਾ, ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਸੋਚਦਾ ਹੀ ਰਹਿੰਦਾ, ਯੋਜਨਾ ਬਣਾਉਂਦਾ ਰਹਿੰਦਾ। ਇੱਥੇ ਮਹਾਰਾਜ ਬਚਨ ਕਰਦੇ ਮਾਇਆ ਅਨੇਕ ਉਦਮ ਹੈ, ਮਾਇਆ ਵਾਸਤੇ ਬੜੇ ਇਸਨੇ ਯਤਨ ਕੀਤੇ ਹਨ। ਹਰ ਭਗਤ ਭਾਵਹੀਨ। ਪਰ ਮਹਾਰਾਜ ਕਹਿਣ ਲੱਗੇ ਮਾਇਆ ਨੂੰ ਕਮਾਉਂਦਿਆਂ ਮਾਇਆ ਦੀ ਮਸ਼ੀਨ ਬਣ ਗਿਆ। ਦਿਨੇ ਵੀ ਕੰਮ ਕਰਦਾ, ਰਾਤ ਨੂੰ 2-2 ਸ਼ਿਫਟਾਂ ਦੇ ਵਿੱਚ, 3-3 ਸ਼ਿਫਟਾਂ ਦੇ ਵਿੱਚ। ਕਈ ਵਾਰੀ ਕੋਈ ਬਜ਼ੁਰਗ ਕਹਿ ਦਿੰਦੇ ਨਾ, ਜਦੋਂ ਮੈਂ ਜਵਾਨ ਹੁੰਦਾ ਸੀ ਮੈਂ ਰਾਤ ਵੀ ਕੰਮ ਕਰਦਾ, ਮੈਂ ਦਿਨੇ ਵੀ ਕੰਮ ਕਰਦਾ, ਕਿਉਂਕਿ ਉਦੋਂ ਮੇਰਾ ਸਰੀਰ ਤਗੜਾ ਸੀ। 2-2 ਸ਼ਿਫਟਾਂ ਵਿੱਚ ਵੀ ਕੰਮ ਕੀਤਾ। ਮਹਾਰਾਜ ਇੱਥੇ ਕਹਿਣ ਲੱਗੇ ਇਸੇ ਤਰ੍ਹਾਂ ਹੀ ਕਰਦਾ, ਹਰੇਕ ਬੰਦਾ ਇਸੇ ਤਰ੍ਹਾਂ ਕਰਦਾ ਪਿਆ। ਹਰ ਭਗਤ ਭਾਵਹੀਨ। ਪਰ ਪ੍ਰਮਾਤਮਾ ਦੀ ਜਿਹੜੀ ਭਗਤੀ ਹੈ ਨਾ, ਜਿਸ ਨੂੰ ਕਿਹਾ ਜਾਂਦਾ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਤੋਂ ਖਾਲੀ ਹੈ। ਰੱਬ ਦੇ ਨਾਲ ਕੋਈ ਪ੍ਰੇਮ ਨਹੀਂ ਪਾਇਆ। ਜੇ ਕਿਤੇ ਪਾਠ ਕਰਨਾ ਵੀ ਪੈ ਗਿਆ, ਨਿਤਨੇਮ ਕਰਨਾ ਪੈ ਗਿਆ, ਉੱਥੇ ਵੀ ਪ੍ਰੇਮ ਨਹੀਂ ਹੈ ਵੀ ਮੈਂ ਇਹਨੂੰ ਹੌਲੀ ਹੌਲੀ ਆਰਾਮ ਦੇ ਨਾਲ ਕਰ ਲਵਾਂ, ਜਾਂ ਇਹ ਗੁਰਬਾਣੀ ਕੀ ਆਖ ਰਹੀ ਹੈ ਮੈਂ ਇਸ ਗੱਲ ਨੂੰ ਆਪਣੇ ਮਨ ਵਿੱਚ ਵਸਾ ਲਵਾਂ। ਨਹੀਂ, ਜੇ ਕੋਈ ਪਾਠ ਪੂਜਾ ਕਰਦਾ ਵੀ ਹੈ ਉਹ ਵੀ ਹੀਨ ਭਾਵਨਾ ਦੇ ਨਾਲ ਕਰਦਾ, ਉੱਥੇ ਭਰੋਸਾ ਨਹੀਂ ਬੱਝਾ, ਉਹਦੇ ਨਾਲ ਪ੍ਰੇਮ ਨਹੀਂ ਹੈ, ਕੇਵਲ ਦੁਨੀਆਦਾਰੀ ਹੈ। ਆਪਾਂ ਇਸੇ ਤਰ੍ਹਾਂ ਕਰਦੇ ਨਾ, ਕੋਈ ਖੰਡ ਪਾਠ ਕਰਾ ਲਈਏ, ਸਹਿਜ ਪਾਠ ਕਰਾ ਲਈਏ, ਕੋਈ ਜੀਵ ਚੜ੍ਹਾਈ ਕਰ ਜਾਵੇ, ਕੋਈ ਘਰ ਵਿੱਚ ਵਿਆਹ ਰੱਖ ਲਈਏ, ਇਹ ਦੁਨੀਆਦਾਰੀ ਹੈ। ਵੀ ਦੁਨੀਆ ਕੀ ਆਖੇਗੀ ਵੀ ਇਹਨਾਂ ਨੇ ਪਾਠ ਨਹੀਂ ਕਰਵਾਇਆ। ਬਸ ਦੁਨੀਆ ਤੋਂ ਬਚਣ ਵਾਸਤੇ ਕਰਾਉਂਦਾ, ਪਰ ਸੁਣਦਾ ਨਹੀਂ। ਮਹਾਰਾਜ ਕਹਿਣ ਲੱਗੇ ਹਰੀ ਦੀ ਭਗਤੀ ਦੇ ਭਾਵ ਤੋਂ ਹੀਣਾ ਹੈ, ਪ੍ਰੇਮ ਤੋਂ ਹੀਣਾ। ਪ੍ਰੇਮ ਨਹੀਂ, ਅੰਦਰੋਂ ਨਹੀਂ ਚਾਹੁੰਦਾ ਵੀ ਗੁਰਬਾਣੀ ਦਾ ਪਾਠ ਹੋਵੇ। ਜੇ ਅੰਦਰੋਂ ਚਾਹੁੰਦਾ ਤੇ ਇੱਕ ਇੱਕ ਅੱਖਰ ਸੁਣ ਲੈਂਦਾ, ਅੰਦਰੋਂ ਨਹੀਂ ਚਾਹੁੰਦਾ, ਕੇਵਲ ਦੁਨੀਆਦਾਰੀ ਹੈ। ਲੋਕ ਕਹਿਣਗੇ ਕਰਾਉਣਾ ਪਵੇਗਾ। ਹਰੀ ਦੀ ਪ੍ਰੇਮਾ ਭਗਤੀ ਤੋਂ, ਭਾਵਨਾ ਤੋਂ ਇਹ ਖਾਲੀ ਹੈ। ਨਾਨਕ ਪ੍ਰਭ ਬਿਸਰਤ ਤੈ ਪ੍ਰੇਤ ਤਹ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਨੂੰ ਵਿਸਰਨ ਕਰਕੇ, ਭੁਲਾਉਣ ਕਰਕੇ ਇਹ ਜੀਵ ਪ੍ਰੇਤ ਦਾ ਰੂਪ ਹੈ। ਜਿਵੇਂ ਪ੍ਰੇਤ ਹੁੰਦਾ ਨਾ, ਵਿਦਵਾਨਾਂ ਨੇ ਲਿਖਿਆ ਵੀ ਪ੍ਰੇਤ ਦਾ ਮੂੰਹ ਸੂਈ ਦੇ ਨੱਕੇ ਜਿੰਨਾ। ਸੂਈ ਦੇ ਵਿੱਚ ਆਪਾਂ ਧਾਗਾ ਪਾਉਂਦੇ ਨਾ, ਉਹ ਕਿੰਨਾ ਕੁ ਛੇਕ ਹੈ, ਬਿਲਕੁਲ ਬਰੀਕ ਹੈ। ਵਿਦਵਾਨ ਕਹਿੰਦੇ ਵੀ ਜਿਹੜਾ ਪ੍ਰੇਤ ਹੈ ਉਹਦਾ ਬਿਲਕੁਲ ਇੰਨਾ ਹੀ ਮੂੰਹ ਹੈ। ਉਹਦੇ ਵਿੱਚੋਂ ਉਹਦੀ ਖੁਰਾਕ ਕੀ ਹੈ? ਪ੍ਰੇਤ ਦੀ ਖੁਰਾਕ ਹੈ ਖੂਨ ਪੀਣਾ। ਪਰ ਕਹਿਣ ਲੱਗੇ ਖੂਨ ਵੀ ਰੋਜ਼ ਪਿਆਸ 1.25 ਮਣ ਦੀ ਹੈ। 1.25 ਮਣ ਖੂਨ ਹੋਵੇ, ਉਹਨੂੰ ਮੈਂ ਪੀਵਾਂ ਤੇ ਫਿਰ ਮੈਂ ਰੱਜਾਂ, ਫਿਰ ਮੇਰੀ ਪਿਆਸ ਬੁਝੇ। ਤੇ ਗੁਰਮੁਖੋ ਸੂਈ ਦੇ ਨੱਕੇ ਵਿੱਚੋਂ ਕਿੰਨਾ ਕੁ ਖੂਨ ਨਿਕਲੇਗਾ? ਕੁਝ ਵੀ ਨਹੀਂ ਨਿਕਲੇਗਾ। ਭਾਵ ਇਹ ਹੈ ਪ੍ਰੇਤ ਸਾਰੀ ਉਮਰ ਪਿਆਸਾ ਤੇ ਸਾਰੀ ਉਮਰ ਭੁੱਖਾ ਹੀ ਰਹਿੰਦਾ, ਉਹਦੀ ਪਿਆਸ ਬੁਝਦੀ ਨਹੀਂ ਹੈ। ਨਾ ਇੰਨਾ ਖੂਨ ਜਾਵੇ ਅੰਦਰ, ਨਾ ਉਹਦੀ ਪਿਆਸ ਭੁੱਖ ਬੁਝੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੰਦਾ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਕੇ ਪ੍ਰੇਤ ਵਾਂਗੂ ਇਹਦੀ ਤ੍ਰਿਸ਼ਨਾ ਨਹੀਂ ਬੁਝਦੀ ਹੈ। ਜੇ 100 ਰੁਪਈਆ ਕਮਾਇਆ ਤੇ ਕਹਿੰਦਾ ਵੀ 200 ਹੋਣਾ ਚਾਹੀਦਾ ਸੀ, 1000 ਕਮਾਇਆ ਤੇ 2000 ਹੋਣਾ ਚਾਹੀਦਾ ਸੀ, ਲੱਖ ਕਮਾਇਆ ਤੇ 2 ਲੱਖ। ਪ੍ਰੇਤ ਦੀ ਤ੍ਰਿਸ਼ਨਾ ਬੁਝੀ ਨਹੀਂ ਹੈ, ਕਿਉਂਕਿ ਉਹਦੀ ਤ੍ਰਿਸ਼ਨਾ ਬਹੁਤ ਵੱਡੀ ਹੈ, ਪਰ ਇੰਨਾ ਮੂੰਹ ਨਹੀਂ ਹੈ। ਵਿਅਕਤੀ ਦੀ ਕਮਾਈ ਓਨੀ ਨਹੀਂ ਜਿੱਡੀ ਵੱਡੀ ਤ੍ਰਿਸ਼ਨਾ। ਦੂਜਿਆਂ ਦੇ ਵੱਲ ਵੇਖ ਕੇ ਦਿਨੇ ਰਾਤ ਦੌੜਦਾ, ਦਿਨੇ ਰਾਤ ਭੱਜਦਾ, ਪਰ ਤ੍ਰਿਸ਼ਨਾ ਨਹੀਂ ਬੁਝਦੀ। ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਨੂੰ ਭੁੱਲ ਕੇ ਇਹ ਬੰਦਾ ਫਿਰ ਪ੍ਰੇਤ ਵਰਗੀ ਜੂਨ ਬਤੀਤ ਕਰਦਾ ਹੈ। ਮਨੁੱਖਾ ਜਨਮੀ ਕੋਲ, ਪਰ ਜਿਹੜੀ ਇਹਦੀ ਤੜਫਣਾ ਹੈ ਨਾ ਉਹ ਪ੍ਰੇਤਾਂ ਵਾਲੀ ਹੈ। ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ। ਪ੍ਰਮਾਤਮਾ ਨੂੰ ਭੁੱਲਣ ਕਰਕੇ
ਇਹ ਜੀਵ ਪ੍ਰੇਤ ਦਾ ਰੂਪ ਹੋ ਜਾਂਦਾ, ਪ੍ਰੇਤ ਬਣ ਜਾਂਦਾ ਹੈ। ਟੁੱਟੜੀਆਂ ਸਾ ਪ੍ਰੀਤ ਅੱਜ ਕਹਿਣ ਲੱਗੇ ਜਿਹੜੀ ਪ੍ਰੀਤੀ ਤੂੰ ਬਣਾਈ ਬੈਠਾ, ਜਿਹੜੀ ਪ੍ਰੀਤੀ ਲਾਈ ਹੋਈ ਹੈ, ਜੋ ਲਾਈ ਬੇਅੰਤ ਸਿਓ, ਲਾਈ ਬਿਆਨ ਸਿਓ, ਬੱਬੇ ਨੂੰ ਸਿਹਾਰੀ ਬਿਆਨ, ਬੇਅੰਨ ਨਹੀਂ ਕਰਨਾ। ਬੇਅੰਨ ਤੇ ਫਿਰ ਲਾਂ ਲਾਉਣੀ ਪੈਗੀ ਨਾ, ਬੇਅੰਨ। ਇੱਥੇ ਬਿਆਨ ਲਿਖਿਆ। ਮਹਾਰਾਜ ਕਹਿਣ ਲੱਗੇ ਬਿਆਨ ਤੋਂ ਭਾਵ ਜਿਹੜੀ ਦੂਜਿਆਂ ਨਾਲ ਲਾਈ ਹੋਈ ਹੈ, ਚਾਚੇ ਨਾਲ, ਤਾਏ ਨਾਲ, ਮਾਮੇ ਨਾਲ, ਨਾਨੇ ਨਾਲ, ਭੈਣ ਭਰਾ ਨਾਲ, ਗੁਆਂਢੀ ਦੇ ਨਾਲ, ਰਿਸ਼ਤੇਦਾਰ ਦੇ ਨਾਲ, ਇਹ ਜਿਹੜੀ ਤੂੰ ਪ੍ਰੀਤੀ ਲਾਈ ਬੈਠਾ ਨਾ, ਜੋ ਲਾਈ ਬਿਆਨ ਸਿਓ, ਜਿਹੜੀ ਦੂਜਿਆਂ ਨਾਲ ਲਾਈ ਬੈਠਾ ਹੈ, ਸਾ ਪ੍ਰੀਤ, ਉਹ ਜਿਹੜੀ ਪ੍ਰੀਤ ਹੈ ਉਹ ਟੁੱਟੜੀਆ ਕਹਿੰਦੇ ਟੁੱਟ ਜਾਣੀ ਹੈ। ਕੱਲ ਨੂੰ ਚਾਚੇ ਤਾਏ ਨਾਲ ਝਗੜਾ ਪੈ ਜਾਣਾ ਵੱਟ ਦਾ, ਅੱਜ ਤੇ ਬੜਾ ਪ੍ਰੇਮ ਹੈ। ਉਹੀ ਚਾਚੇ ਤਾਏ ਜਿਨ੍ਹਾਂ ਨੇ ਚੁੱਕ ਚੁੱਕ ਕੇ ਖੜਾਇਆ, ਮੂੰਹ ਵਿੱਚ ਬੁਰਕੀਆਂ ਪਾਈਆਂ, ਉਹਨਾਂ ਦੀ ਕੌਲੀ ਵਿੱਚ ਜਾ ਕੇ ਰੋਟੀ ਖਾਂਦਾ, ਉਹਦੇ ਨਾਲ ਬੈਠ ਕੇ ਖਾਂਦਾ। ਇੱਕ ਸਮਾਂ ਆਵੇਗਾ ਜਦੋਂ ਇਹ ਜਵਾਨ ਹੋਵੇਗਾ ਤੇ ਉਹਨਾਂ ਨਾਲ ਫਿਰ ਝਗੜਾ ਵੀ ਕਰੇਗਾ। ਮਹਾਰਾਜ ਕਹਿਣ ਲੱਗੇ ਚਾਚਿਆਂ ਤਾਇਆਂ ਨਾਲ, ਮਾਮਿਆਂ ਨਾਨਕਿਆਂ ਨਾਲ, ਰਿਸ਼ਤੇਦਾਰੀਆਂ ਦੇ ਨਾਲ ਜਿਹੜਾ ਤੂੰ ਪ੍ਰੇਮ ਲਾ ਕੇ ਬੈਠਾ ਹੈ, ਕੱਲ ਨੂੰ ਦੇਣ ਲੈਣ ਤੋਂ ਇਹੋ ਜਿਹੀ ਖੇਡ ਵਿਗੜੇਗੀ ਵੀ ਉਹਨਾਂ ਨਾਲ ਟੁੱਟ ਜਾਏਗੀ, ਫਿਰ ਉਹਨਾਂ ਦੇ ਬੂਹੇ ਜਾਣਾ ਪਸੰਦ ਨਹੀਂ ਕਰੇਗਾ। ਫਿਰ ਉਹੀ ਚਾਚਾ ਤਾਇਆ ਸ਼ਰੀਕ ਬਣ ਜਾਏਗਾ, ਸ਼ਰੀਕ ਸਮਝੇਗਾ ਇਹ ਮੇਰੇ ਸ਼ਰੀਕ ਨੇ। ਅੱਜ ਦੀ ਹਾਲਤ ਇਹ ਹੈ, ਜੇ ਸਾਡੇ ਘਰ ਵਿੱਚ ਕੋਈ ਵੀ ਦੁੱਖ ਆ ਜਾਵੇ ਨਾ, ਤੇ ਪਹਿਲੀ ਗੱਲ ਮੂੰਹ ਇਹ ਨਿਕਲਦੀ ਹੈ ਮੇਰਾ ਸ਼ਰੀਕਾ ਬੜਾ ਮਾੜਾ ਹੈ, ਮੈਨੂੰ ਵੇਖ ਕੇ ਨਹੀਂ ਜਰਦਾ ਪਿਆ। ਭਾਵੇਂ ਸ਼ਰੀਕੇ ਦੇ ਮਨ ਵਿੱਚ ਇਹ ਗੱਲ ਨਾ ਹੀ ਆਈ ਹੋਵੇ, ਉਹਨਾਂ ਨੇ ਭਾਵੇਂ ਤੇਰਾ ਵਾਲ ਵੀ ਵਿੰਗਾ ਨਾ ਕੀਤਾ ਹੋਵੇ, ਤੇ ਇੱਕ ਆ ਜਿਹੜੇ ਦੁਨੀਆ ਦੇ ਬਾਬੇ ਬਣੇ ਸਿਆਣੇ, ਰਹਿੰਦੀ ਖੁੰਦੀ ਕਸਰ ਉਹ ਕੱਢ ਦਿੰਦੇ ਕਿ ਤੇਰੇ ਆਪਣੇ ਹੀ ਨੇ, ਹੱਥ ਧੋ ਕੇ ਤੇਰੇ ਮਗਰ ਲੱਗੇ ਹੋਏ। ਸਾਨੂੰ ਫਿਰ ਉਹ ਆਪਣਾ ਰਿਸ਼ਤੇਦਾਰ, ਚਾਚਾ ਤਾਇਆ, ਭੈਣ ਭਰਾ ਦੁਸ਼ਮਣ ਲੱਗਣ ਲੱਗ ਪੈਂਦਾ ਵੀ ਬਿਲਕੁਲ ਇਹ ਮੇਰਾ ਦੁਸ਼ਮਣ ਹੈ, ਇਹ ਮੈਨੂੰ ਤਵੀਤ ਖਵਾਵੇਗਾ, ਇਹ ਮੈਨੂੰ ਧਾਗਾ ਕੋਈ ਪਾਵੇਗਾ, ਇਹ ਮੇਰਾ ਕੋਈ ਨੁਕਸਾਨ ਕਰੇਗਾ। ਦੁਨੀਆ ਵਿੱਚ ਕੁਝ ਵਿਅਕਤੀ ਨੇ ਜਿਹੜੇ ਇਸ ਤਰ੍ਹਾਂ ਦਾ ਕਰਮ ਕਰਦੇ ਨਹੀਂ, ਤੇ ਕੋਈ ਜਿਹਨੂੰ ਪਾਲਿਆ ਹੋਵੇ, ਖੜਾਇਆ ਹੋਵੇ, ਜਿਹਨੂੰ ਚੁੱਕਿਆ ਹੋਵੇ, ਕਿਉਂਕਿ ਉਹਦਾ ਕੰਮ ਵਿਗਾੜੇਗਾ। ਖਾਣੀ ਆਪੋ ਆਪਣੀ ਕਿਸਮਤ ਹੈ, ਪਰ ਸਾਡੇ ਮਨ ਵਿੱਚ, ਦਿਮਾਗ ਵਿੱਚ ਇਹ ਗੱਲ ਭਰੀ ਗਈ ਹੈ ਵੀ ਜਿਹੜਾ ਸ਼ਰੀਕ ਹੈ ਨਾ ਉਹ ਤੇਰਾ ਚੰਗਾ ਨਹੀਂ ਕਦੇ ਕਰ ਸਕਦਾ। ਮਹਾਰਾਜ ਇੱਥੇ ਬਚਨ ਕਰਦੇ ਕਹਿਣ ਲੱਗੇ ਜਿਹੜੀ ਹੋਰਾਂ ਨਾਲ ਪ੍ਰੀਤੀ ਲਾਈ ਬੈਠਾ, ਇਹ ਪ੍ਰੀਤੀ ਤੇਰੀ ਇੱਕ ਨਾ ਇੱਕ ਦਿਨ ਟੁੱਟ ਜਾਣੀ ਹੈ, ਕਿਉਂਕਿ ਤੂੰ ਕੁਝ ਹੋਰ ਸੋਚੀ ਬੈਠਾ। ਕੱਲ ਨੂੰ ਮੇਰੇ ਤੇ ਬਿਪਤਾ ਪਵੇਗੀ, ਮੈਂ ਇਹਦੇ ਕੋਲੋਂ ਇਹ ਵਸਤੂ ਲਵਾਂਗਾ, ਪਰ ਜਦੋਂ ਤੇਰੇ ਤੇ ਬਿਪਤਾ ਪਈ, ਜਿਹੜੀ ਵਸਤੂ ਤੂੰ ਸੋਚੀ ਹੋਈ ਹੈ ਉਹ ਤੈਨੂੰ ਮਿਲਣੀ ਨਹੀਂ, ਤੇ ਤੇਰੀ ਉਹਨਾਂ ਨਾਲ ਨਾਰਾਜ਼ਗੀ ਹੋ ਜਾਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਟੁੱਟੜੀਆ ਸਾ ਪ੍ਰੀਤ ਜੋ ਲਾਈ ਬਿਆਨ ਸਿਓ, ਜਿਹੜੀ ਬਿਆਨ ਹੋਰਾਂ ਨਾਲ ਪ੍ਰੀਤੀ ਲਾਈ ਬੈਠਾ, ਜਿੱਦਣ ਤੇਰਾ ਮਕਸਦ ਪੂਰਾ ਨਾ ਹੋਇਆ ਉਦਣ ਇਹ ਪ੍ਰੀਤ ਤੇਰੀ ਉਹਨਾਂ ਨਾਲੋਂ ਟੁੱਟ ਜਾਣੀ ਹੈ। ਨਾਨਕ ਸੱਚੀ ਰੀਤ ਸਾਈ ਸੇਤੀ ਰਤਿਆ। ਉਹਨਾਂ ਨੂੰ ਪੁੱਛਿਆ ਮਹਾਰਾਜ ਫਿਰ ਕਿਹੜੀ ਪ੍ਰੀਤੀ ਪਾਈਏ, ਤੇ ਮਹਾਰਾਜ ਕਹਿਣ ਲੱਗੇ ਨਾਨਕ ਸੱਚੀ ਰੀਤ, ਇਹ ਪ੍ਰੀਤ ਦੀ ਸੱਚੀ ਰੀਤ ਜਿਹੜੀ ਹੈ ਨਾ ਪਰਮਾਤਮਾ ਦੇ ਨਾਲ ਪਾ। ਪਰਮਾਤਮਾ ਤੋਂ ਜੋ ਮੰਗੇਗਾ ਨਾ ਉਹ ਮਿਲ ਜਾਏਗਾ। ਜਿੰਨਾ ਤੂੰ ਪਰਮਾਤਮਾ ਦੇ ਨਾਲ ਪ੍ਰੇਮ ਕਰੇਗਾ ਤੇਰੇ ਤੋਂ ਕਈ ਗੁਣਾ ਵੱਧ ਉਹ ਤੇਰੇ ਨਾਲ ਕਰੇਗਾ। ਸਾਡੀ ਰਿਸ਼ਤੇਦਾਰੀ ਨਾਲ ਤਾਂ ਹੀ ਟੁੱਟਦੀ ਹੈ ਨਾ, ਮੈਂ ਇਹਦੇ ਵਾਸਤੇ ਇਹ ਕੀਤਾ ਪਰ ਇਹਨੇ ਮੇਰੇ ਵਾਸਤੇ ਇੰਨਾ ਨਹੀਂ ਕੀਤਾ, ਘੱਟ ਕੀਤਾ, ਆਪਾਂ ਪਿੱਛੇ ਹਟ ਗਏ। ਪਰਮਾਤਮਾ ਨਾਲ ਪ੍ਰੀਤੀ ਬਣ ਗਈ, ਟੁੱਟੇਗੀ ਨਹੀਂ। ਜਿੰਨਾ ਤੂੰ ਪਰਮਾਤਮਾ ਦਾ ਕਰੇਗਾ ਪਰਮਾਤਮਾ ਤੇਰੇ ਨਾਲੋਂ ਵੱਧ ਉਹਨਾਂ ਤੇਰਾ ਕਰੇਗਾ। ਨਾਨਕ ਸੱਚੀ ਰੀਤ, ਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀ ਸੱਚੀ ਪ੍ਰੀਤੀ ਹੈ ਪਰਮਾਤਮਾ ਦੇ ਨਾਲ ਕੀਤੀ ਹੈ, ਸਾਈਂ ਸੇਤੀ ਰਤਿਆ, ਜਿਹੜਾ ਸਾਈਂ ਹੈ ਨਾ ਮਾਲਕ ਪਰਮਾਤਮਾ, ਜਿਹੜੇ ਉਹਦੇ ਨਾਲ ਰੰਗੇ ਗਏ, ਉਹਦੇ ਰੰਗ ਦੇ ਵਿੱਚ ਰਤੇ ਗਏ, ਕਹਿਣ ਲੱਗੇ ਭਾਈ ਉਹਨਾਂ ਦੀ ਪ੍ਰੀਤੀ ਫਿਰ ਟੁੱਟਦੀ ਨਹੀਂ ਹੈ। ਪੌੜੇ ਜਿਸ ਬਿਸਰਤ ਤਨ ਭਸਮ ਹੋਏ, ਪਰਮਾਤਮਾ ਨੂੰ ਭੁੱਲ ਕੇ ਗੁਰਮੁਖਾ ਅੱਜ ਨਹੀਂ ਤੇ ਕੱਲ ਇਹ ਤੇਰਾ ਸਰੀਰ ਭਸਮ ਹੋ ਜਾਣਾ, ਸਵਾਹ ਹੋ ਜਾਣਾ। ਸਾਡੀ ਉਮਰਾਂ ਦਾ ਇੱਕ ਦਾਇਰਾ ਹੈ ਨਾ, 20 ਸਾਲ ਹੋ ਸਕਦੀ ਹੈ, 50 ਸਾਲ ਹੋ ਸਕਦੀ ਹੈ, 100 ਸਾਲ ਹੋ ਸਕਦੀ ਹੈ।
ਇੱਕ ਦਿਨ ਸਮਾਂ ਆਉਣਾ ਹੈ ਜਦੋਂ ਉਮਰਾਂ ਮੁੱਕ ਜਾਣੀ ਹੈ ਤੇ ਤਨ ਨੂੰ ਲੱਕੜਾਂ ਤੇ ਰੱਖ ਕੇ ਸੰਸਕਾਰਿਆ ਜਾਵੇਗਾ, ਇਹ ਸਰੀਰ ਭਸਮ ਸਵਾਹ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਜਿਸ ਬਿਸਰਤ ਤਨ ਭਸਮ ਹੋਏ, ਅੱਜ ਪਰਮਾਤਮਾ ਨੂੰ ਭੁਲਾਈ ਬੈਠਾ, ਇੱਕ ਦਿਨ ਸਮਾਂ ਉਹ ਆਉਣਾ ਵੀ ਤੇਰਾ ਸਰੀਰ ਭਸਮ ਕਈਏ ਸਵਾਹ ਹੋ ਜਾਣਾ ਹੈ। ਕਹਤੇ ਸਭ ਪ੍ਰੇਤ, ਤੈਨੂੰ ਸਾਰਿਆਂ ਨੇ ਪ੍ਰੇਤ ਹੀ ਕਹਿਣਾ। ਜਦੋਂ ਕੋਈ ਮਰ ਜਾਂਦਾ ਹੈ ਨਾ, ਮੁਰਦੇ ਸਰੀਰ ਦੇ ਨੇੜੇ ਕੋਈ ਨਹੀਂ ਜਾਂਦਾ, ਕਿਤੇ ਸਾਨੂੰ ਚਿੰਬੜ ਨਾ ਜਾਵੇ। ਤੇ ਜੇ ਮਰੇ ਤੋਂ ਮਗਰੋਂ ਕਿਤੇ ਬੰਦਾ ਮਿਲ ਪਵੇ, ਆਤਮਾ ਕਿਤੇ ਮਿਲ ਜਾਵੇ, ਤੇ ਫਿਰ ਲੋਕ ਕਈ ਤਰ੍ਹਾਂ ਦੇ ਧਾਗਾ ਕਰਦੇ, ਜਾਦੂ ਕਰਦੇ, ਟੂਣਾ ਕਰਦੇ ਵੀ ਹੁਣ ਮੱਥੇ ਨਹੀਂ ਲੱਗਣਾ ਚਾਹੀਦਾ, ਇਹ ਦਿਸਣਾ ਨਹੀਂ ਚਾਹੀਦਾ, ਇਹ ਦਿਸਣਾ ਬੜਾ ਮਾੜਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਪਰਿਵਾਰ ਨੂੰ ਉਹ ਜੀਵ ਮਿਲੇ ਤੇ ਚੰਗਾ ਨਹੀਂ ਲੱਗਦਾ। ਜਿੰਨਾ ਚਿਰ ਜਿਉਂਦਾ ਸੀ ਭੱਜ ਭੱਜ ਕੇ ਜੱਫੀਆਂ ਪਾਉਂਦੇ, ਰਾਹ ਵੇਂਦੇ ਰਹਿੰਦੇ ਵੀ ਕਦੋਂ ਆਵੇ, ਉਹਨੂੰ ਉਡੀਕਿਆ ਜਾਂਦਾ, ਉਹਦੇ ਆਇਆਂ ਪ੍ਰਸ਼ਾਦਾ ਸ਼ੁਰੂ ਹੁੰਦਾ, ਉਹਦੇ ਆਇਆਂ ਗੱਲਬਾਤ ਸ਼ੁਰੂ ਹੁੰਦੀ ਹੈ। ਪਰ ਜਦੋਂ ਉਹੀ ਵਿਅਕਤੀ ਜਿਹਨੂੰ ਆਪਾਂ ਉਡੀਕਦੇ ਹਾਂ ਸਰੀਰ ਛੱਡ ਜਾਵੇ, ਜੇ ਕਿਤੇ ਉਹਦੀ ਆਤਮਾ ਦਾ ਸਾਨੂੰ ਭੁਲੇਖਾ ਵੀ ਪੈ ਜਾਵੇ ਨਾ, ਤੇ ਲੋਕੀ ਡਰਦੇ ਨੇ ਮਿਲਿਆ ਕਿਉਂ ਹੈ, ਮਿਲਣਾ ਨਹੀਂ ਸੀ ਚਾਹੀਦਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਜਿਸ ਬਿਸਰਤ ਤਨ ਭਸਮ ਹੋਏ, ਕਹਤੇ ਸਭ ਪ੍ਰੇਤ, ਸਾਰੇ ਪ੍ਰੇਤ ਪ੍ਰੇਤ ਕਹਿਣਗੇ, ਡਰਦੇ ਨੇ, ਦੂਰ ਜਾਂਦੇ ਹਨ। ਖਿਨ ਗ੍ਰਹ ਮੈਂ ਬਸਨ ਨਾ ਦੇਵਈ, ਜਿਨ ਸਿਓ ਸੋਈ ਹੇਤ। ਬਿਸਰਤ ਤਨ ਭਸਮ ਹੋਏ, ਪਰਮਾਤਮਾ ਨੂੰ ਵਿਸਰ ਕੇ ਸਭ ਕੁਝ ਨਾਸ ਹੋ ਜਾਂਦਾ ਹੈ। ਮਹਾਰਾਜ ਨੇ ਲਿਖਿਆ ਪਾਵਤ ਰਲੀਆ ਜੋਬਨ ਬਲੀਆ। ਜਦੋਂ ਜੋਬਨ ਜਵਾਨੀ ਦਾ ਬਲ ਹੁੰਦਾ ਨਾ, ਉਦੋਂ ਫਿਰ ਬੜੇ ਇਹ ਕੌਤਾ ਕਰਦਾ, ਬੜੇ ਆਨੰਦ ਮਾਣਦਾ, ਬੜੀਆਂ ਖੁਸ਼ੀਆਂ ਮਾਣਦਾ, ਬੜੇ ਜਸ਼ਨ ਮਨਾਉਂਦਾ ਹੈ। ਨਾਮ ਬਿਨਾ ਮਾਟੀ ਸੰਗ ਰਲੀਆ, ਅੱਜ ਨਾਮ ਨਹੀਂ ਜਪਦਾ, ਜਿਹੜੀਆਂ ਅੱਜ ਖੁਸ਼ੀਆਂ ਮਨਾਉਂਦਾ ਪਿਆ, ਇੱਕ ਦਿਨ ਸਮਾਂ ਆਉਣਾ ਤੂੰ ਮਿੱਟੀ ਦੇ ਵਿੱਚ ਮਿਲ ਜਾਣਾ ਹੈ। ਕਾਨ ਕੁੰਡਲੀਆ ਬਸਤਰ ਓਢ ਲਿਆ, ਜਦੋਂ ਜਵਾਨੀ ਹੁੰਦੀ ਹੈ ਨਾ, ਕੰਨਾਂ ਵਿੱਚ ਬੜੇ ਕੁੰਡਲ ਪਾਉਂਦਾ, ਛੇ ਕਰ ਕਰਕੇ, ਆ ਨੱਤੀਆਂ ਪਾ ਦਿਓ, ਆ ਗਹਿਣਾ, ਆ ਕੈਂਠਾ ਮੇਰੇ ਗਲੇ ਪਾ ਦਿਓ। ਜਵਾਨੀ ਦਾ ਜੋਸ਼ ਹੈ, ਜਵਾਨੀ ਵਿੱਚ ਕੈਂਠੇ ਪਾਉਂਦਾ, ਕੁੰਡਲੀਆਂ ਪਾਉਂਦਾ, ਕੁੰਡਲ ਪਾਉਂਦਾ, ਗਹਿਣੇ ਪਾਉਂਦਾ, ਹਾਰ ਸ਼ਿੰਗਾਰ ਕਰ ਲਾ, ਤੁਰਲੇ ਵਾਲੀ ਪੱਗ ਬੰਨ੍ਹਦਾ, ਜੁੱਤੀ ਨੋਕ ਵਾਲੀ ਪਾਉਂਦਾ, ਟੇਢਾ ਟੇਢਾ ਹੋ ਕੇ, ਚੌੜਾ ਚੌੜਾ ਹੋ ਕੇ ਤੁਰਦਾ। ਜਵਾਨੀ ਦਾ ਜੋਸ਼ ਹੈ। ਮਹਾਰਾਜ ਕਹਿਣ ਲੱਗੇ ਕਾਨ ਕੁੰਡਲੀਆ, ਕੰਨਾਂ ਵਿੱਚ ਕੁੰਡਲ ਪਾਉਂਦਾ, ਬਸਤਰ ਓਢ ਲਿਆ, ਜਦੋਂ ਕੱਪੜਾ ਪਾਉਣਾ ਤੇ ਦੂਜਿਆਂ ਨਾਲੋਂ ਵੱਖਰਾ ਪਾਉਣਾ, ਵੀ ਜਿਹੜਾ ਦੂਜਿਆਂ ਨੇ ਪਾਇਆ ਮੈਂ ਨਹੀਂ ਪਾਉਣਾ, ਔਰ ਮੇਰੇ ਪਾਉਣ ਦਾ ਤਰੀਕਾ ਵੀ ਦੂਜਿਆਂ ਨਾਲੋਂ ਵੱਖਰਾ ਹੀ ਹੋਵੇਗਾ, ਮੇਰੀ ਪੱਗ ਦਾ ਸਟਾਈਲ ਵੱਖਰਾ ਹੋਵੇਗਾ, ਮੇਰੇ ਤੁਰਨ ਦਾ ਅੰਦਾਜ਼ ਵੱਖਰਾ ਹੋਵੇਗਾ, ਮੇਰੇ ਕੱਪੜਿਆਂ ਦੀ ਸਿਲਾਈ ਕਢਾਈ ਦੂਜਿਆਂ ਨਾਲੋਂ ਵੱਖਰੀ ਹੋਵੇਗੀ। ਦੁਨੀਆ ਵਿੱਚ ਆ ਕੇ ਕਰਦਾ ਸੇਜ ਸੁਖਲੀਆ ਮਨਗਰ ਬਲੀਆ, ਜਿਹੜੀ ਸੇਜਾ ਤੇ ਮੈਂ ਸੋਵਾਂ ਪਲੰਘੇ ਤੇ, ਉਸ ਮੇਰੇ ਬੈੱਡ ਤੇ ਮੈਨੂੰ ਸੌਂ ਕੇ ਇੰਨਾ ਸੁੱਖ ਆਵੇ ਵੀ ਆਰਾਮ ਦੀ ਨੀਂਦ ਆਵੇ, ਮੈਨੂੰ ਕੋਈ ਕਸ਼ਟ ਨਾ ਹੋਵੇ। ਤੇ ਮਨ ਵਿੱਚ ਗਰਬ ਕਰਦਾ, ਹੰਕਾਰ ਕਰਦਾ, ਮੇਰੇ ਵਰਗਾ ਕੱਪੜਾ ਨਹੀਂ ਕਿਸੇ ਕੋਲ, ਮੇਰੇ ਵਰਗੀ ਤੋਰ ਨਹੀਂ ਹੈ ਕਿਸੇ ਦੀ, ਮੇਰੇ ਵਰਗੀ ਟੌਰ ਨਹੀਂ ਹੈ ਕਿਸੇ ਦੀ, ਮੇਰੇ ਵਰਗੀ ਫੱਬ ਨਹੀਂ ਹੈ ਕਿਸੇ ਦੀ, ਮੇਰੇ ਵਰਗਾ ਘਰ ਨਹੀਂ ਕਿਸੇ ਦਾ। ਹੰਕਾਰ ਕਰਦਾ, ਮਾਨ ਕਰਦਾ ਹੈ। ਤਲੇ ਕੁੰਚਰੀਆ ਸਿਰ ਕਨਕ ਛਤਰੀਆ, ਐਡਾ ਵੱਡਾ ਅਮੀਰ ਆਦਮੀ ਹੈ। ਜਦੋਂ ਕਿਤੇ ਸਫ਼ਰ ਤੇ ਜਾਣਾ ਤੇ ਕਹਿਣ ਲੱਗਾ ਵੀ ਹਾਥੀ ਲੈ ਕੇ ਆਓ, ਮੈਂ ਹਾਥੀ ਤੇ ਚੜ੍ਹ ਕੇ ਜਾਵਾਂਗਾ। ਨੰਬਰਦਾਰਾਂ ਦੇ ਕੋਲ ਤੇ ਘੋੜਾ ਹੋਇਆ ਕਰਦਾ, ਪਰ ਹਾਥੀ ਰਾਜਿਆਂ ਕੋਲ ਹੋਇਆ ਕਰਦਾ। ਇਹ ਰਾਜਿਆਂ ਵਾਲੀ ਜ਼ਿੰਦਗੀ ਜਿਉਂਦਾ ਹੈ। ਕਹਿਣ ਲੱਗਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ, ਮੈਂ ਹਾਥੀ ਤੇ ਚੜ੍ਹ ਕੇ ਜਾਵਾਂਗਾ, ਰਾਜਿਆਂ ਵਾਲੀ ਜ਼ਿੰਦਗੀ। ਤੇ ਫਿਰ ਮੇਰੇ ਉੱਤੇ ਕੀ ਹੋਵੇਗਾ? ਸਿਰ ਕਨਕ ਛਤਰੀਆ, ਮੇਰੇ ਸਿਰ ਦੇ ਉੱਪਰ ਜਿਹੜਾ ਨੌਕਰ ਨੇ ਛਤਰ ਚੁੱਕਿਆ ਨਾ, ਮੈਨੂੰ ਧੁੱਪ ਨਾ ਲੱਗੇ, ਉਹ ਛਤਰ ਵੀ ਮੇਰਾ ਸੋਨੇ ਦਾ ਹੋਣਾ ਚਾਹੀਦਾ, ਲੋਕਾਂ ਨੂੰ ਪਤਾ ਲੱਗੇ ਕਿ ਮੈਂ ਕਿੰਨਾ ਕੁ ਅਮੀਰ ਹਾਂ। ਆਪਣੀ ਅਮੀਰੀ ਵਿਖਾਉਣੀ ਚਾਹੁੰਦਾ ਹੈ। ਮੇਰੀ ਸਵਾਰੀ ਹਾਥੀ ਦੀ ਹੋਵੇ, ਮੇਰੇ ਸਿਰ ਤੇ ਸੋਨੇ ਦਾ ਛਤਰ ਹੋਵੇ, ਲੋਕ ਆਖਣ ਵੀ ਵਾਹ ਇਹ ਬੜਾ ਅਮੀਰ ਹੈ, ਬੜੇ ਧਨ ਵਾਲਾ, ਲੋਕ ਮੈਨੂੰ ਸਲਾਮਾਂ ਕਰਨ। ਹਰ ਭਗਤ ਬਿਨਾਂ ਲੈ ਧਰਨ ਗਡਲੀਆ, ਮਹਾਰਾਜ ਕਹਿਣ ਲੱਗੇ ਉਹ ਬੰਦਿਆ ਹਾਥੀਆਂ ਦੀ ਸਵਾਰੀ ਕਰ ਲਈ ਹੈ, ਸੋਨੇ ਦੇ ਛਤਰ ਤੇਰੇ ਸਿਰ ਤੇ ਫਿਰ ਗਏ ਨੇ, ਸੋਹਣੇ ਪਲੰਘ ਤੇਰੇ ਸੌਣ ਵਾਸਤੇ ਮਿਲ ਗਏ,
ਕੰਨਾਂ ਵਿੱਚ ਕੁੰਡਲ ਪਾ ਲੈ, ਵਧੀਆ ਵਧੀਆ ਕੱਪੜੇ ਪਾ ਲੈ, ਪਰ ਜੇ ਰੱਬ ਦੀ ਭਗਤੀ ਨਹੀਂ ਨਾ ਕੀਤੀ, ਇੱਕ ਦਿਨ ਸਮਾਂ ਆਵੇਗਾ ਇਸੇ ਤੇਰੇ ਸਰੀਰ ਨੂੰ ਚੁੱਕ ਕੇ ਮਿੱਟੀ ਵਿੱਚ ਗੱਡਿਆ ਜਾਣਾ, ਕਬਰ ਬਣਾ ਕੇ ਕਬਰਸਤਾਨ ਦੇ ਵਿੱਚ ਤੈਨੂੰ ਦਫਨਾਇਆ ਜਾਣਾ ਹੈ। ਉਦੋਂ ਕਿਸੇ ਨਹੀਂ ਪੁੱਛਣਾ ਵੀ ਇਹ ਬੰਦਾ ਹਾਥੀ ਦੀ ਸਵਾਰੀ ਕਰਦਾ ਸੀ, ਉਦੋਂ ਕਿਸੇ ਨਹੀਂ ਕਹਿਣਾ ਵੀ ਇਹ ਸੋਨੇ ਦੇ ਛੱਤਰ ਦੇ ਥੱਲੇ ਤੁਰਦਾ ਸੀ, ਉਦੋਂ ਕਿਸੇ ਨਹੀਂ ਕਹਿਣਾ ਵੀ ਇਹਦਾ ਪਲੰਘਾ ਬੜਾ ਸੋਹਣਾ ਸੀ, ਉਦੋਂ ਇਹ ਨਹੀਂ ਕਿਸੇ ਨੇ ਕਹਿਣਾ ਵੀ ਇਹ ਤੇ ਕੁੰਡਲ ਪਾਉਂਦਾ ਸੀ। ਨਹੀਂ, ਰੱਬ ਦੀ ਭਗਤੀ ਨਹੀਂ ਕੀਤੀ, ਇਹ ਸਰੀਰ ਦਾ ਇੱਕ ਦਿਨ ਸਮਾਂ ਆ ਜਾਣਾ ਹੈ ਕਿ ਇਹਨੂੰ ਕਬਰਸਤਾਨ ਦੇ ਵਿੱਚ ਮਿੱਟੀ ਵਿੱਚ ਪੈਣਾ ਹੈ। ਹਰ ਭਗਤ ਬਿਨਾ ਲੈ ਧਰਨ ਗੱਡਲੀਆ, ਰੱਬ ਦੀ ਭਗਤੀ ਤੋਂ ਬਿਨਾ ਇਸ ਨੂੰ ਧਰਤੀ ਵਿੱਚ ਗੱਡਿਆ ਜਾਣਾ, ਦੱਬਿਆ ਜਾਣਾ ਹੈ। ਜਿਹੜਾ ਕੱਲ ਹਾਥੀ ਦੀ ਸਵਾਰੀ ਤੇ ਸੋਨੇ ਦੇ ਛਤਰ ਥੱਲੇ ਤੁਰਿਆ ਫਿਰਦਾ ਹੈ, ਉਹ ਅੱਜ ਮਿੱਟੀ ਵਿੱਚ ਗੱਡਿਆ ਪਿਆ ਹੈ। ਇੱਥੇ ਹੀ ਬਸ ਨਹੀਂ, ਰੂਪ ਸੁੰਦਰੀਆ ਅਨਕ ਇਸਤਰੀਆ। ਇੱਕ ਵਿਆਹ ਹੋ ਗਿਆ, ਬੜੀ ਸੋਹਣੀ ਔਰਤ ਲੈ ਆਇਆ ਵਿਆਹ ਕੇ, ਕਹਿਣ ਲੱਗਾ ਨਹੀਂ ਹਾਲੇ ਇੱਕ ਵਿਆਹ ਹੋਰ ਕਰਾਵਾਂਗਾ, ਦੂਜਾ ਵੀ ਕਰਾ ਲਿਆ, ਤੀਜਾ ਵੀ ਕਰਾ ਲਿਆ। ਰਾਜੇ ਮਹਾਰਾਜੇ ਹੋਇਆ ਕਰਦੇ ਨਾ ਪਹਿਲੇ ਸਮਿਆਂ ਵਿੱਚ, ਕਈ ਰਾਣੀਆਂ ਰਾਜਿਆਂ ਦੀਆਂ, ਕਈ ਸੈਂਕੜੇ ਜਾਂ ਹਜ਼ਾਰਾਂ ਦੀ ਗਿਣਤੀ ਵਿੱਚ ਰਾਣੀਆਂ ਰੱਖਦੇ, ਔਰ ਉਹ ਰਾਣੀਆਂ ਇੱਕ ਤੋਂ ਇੱਕ ਸੋਹਣੀਆਂ ਹੁੰਦੀਆਂ। ਮਹਾਰਾਜ ਕਹਿਣ ਲੱਗੇ ਅਨਕ ਇਸਤਰੀਆ, ਰੂਪ ਇਸਤਰੀਆ ਅਨਕ ਇਸਤਰੀਆ, ਅਨੇਕ ਔਰਤਾਂ ਇੱਕ ਦੂਜੀ ਤੋਂ ਸੋਹਣੀਆਂ, ਬੜੇ ਬੜੇ ਸੋਹਣੇ ਰੂਪ ਵਾਲੀਆਂ, ਉਹ ਵੀ ਲਿਆ ਕੇ ਜਵਾਨੀ ਦੇ ਵਿੱਚ ਰਾਜਾ ਬਣਿਆ, ਉਹ ਵੀ ਲਿਆ ਕੇ ਰੱਖੀਆਂ, ਆਪਣੇ ਘਰ ਦੇ ਵਿੱਚ ਵਸਾਈਆਂ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਹਰ ਰਸ ਬਿਨ ਸਭ ਸਵਾਦ ਫਿਕਰੀਆ। ਜੇ ਰੱਬ ਦੇ ਨਾਮ ਦਾ ਸਵਾਦ ਨਹੀਂ ਆਇਆ ਤੇ ਸਵਾਦ ਇਹਨਾਂ ਕੰਮਾਂ ਦਾ ਵੀ ਕੋਈ ਨਹੀਂ ਆਉਣਾ। ਇਹ ਵੀ ਸਵਾਦ ਦੁਨੀਆ ਦੇ ਫਿੱਕੇ ਹੀ ਨੇ ਜਿਨ੍ਹਾਂ ਦੇ ਮਗਰ ਲੱਗਿਆ ਹੋਇਆ ਹੈ। ਮਾਇਆ ਛਲੀਆ ਵਿਕਾਰ ਬਿਖਲੀਆ। ਉਹ ਬੰਦਿਆ, ਤੂੰ ਸੋਚਦਾ ਮੈਂ ਦੁਨੀਆ ਨੂੰ ਛਲਦਾ ਪਿਆ, ਪਰ ਅਸਲ ਵਿੱਚ ਮਾਇਆ ਤੈਨੂੰ ਛਲਦੀ ਪਈ ਹੈ। ਜਦੋਂ 18-19 ਸਾਲ ਦਾ ਸੀ, ਬੜਾ ਜਵਾਨ ਹੈ, ਅੱਖਾਂ ਕੰਮ ਕਰਦੀਆਂ, ਕੰਨ ਕੰਮ ਕਰਦੇ, ਲੱਤਾਂ ਪੈਰ ਕੰਮ ਕਰਦੇ, ਨੌਕਰੀ ਮਿਲ ਗਈ, ਨੌਕਰੀ ਵਿੱਚ ਮਾਇਆ ਕਮਾਈ ਗਿਆ, ਸਰੀਰ ਅੱਗੇ ਲੰਘਦਾ ਗਿਆ। ਇੱਕ ਦਿਨ ਉਹ ਸਮਾਂ ਆ ਗਿਆ, ਹੁਣ ਅੱਖਾਂ ਤੋਂ ਦਿਸਣਾ ਘਟ ਗਿਆ, ਕੰਨਾਂ ਤੋਂ ਸੁਣਨਾ ਹਟ ਗਿਆ, ਪੈਰਾਂ ਤੋਂ ਚੱਲਣਾ ਰੁਕ ਗਿਆ, ਨੌਕਰੀ ਤੋਂ ਵੀ ਬੈਠ ਗਿਆ, ਘਰੇ ਰਿਟਾਇਰਮੈਂਟ ਮਿਲ ਗਈ। ਸੋਚਦਾ ਮੈਂ ਦੁਨੀਆ ਕਮਾਈ ਹੈ, ਸੋਚਦਾ ਹੈ ਕਿ ਮੈਂ ਧਨ ਕਮਾਇਆ ਹੈ, ਅਸਲ ਵਿੱਚ ਧਨ ਤੈਨੂੰ ਖਾ ਗਿਆ। ਉਹਨੇ ਆਪਣੇ ਵਿੱਚ ਲਾ ਛੱਡਿਆ, ਤੇਰੀ ਉਮਰਾਂ ਨਿਕਲਦੀ ਗਈ, ਕਦੇ ਯਾਦ ਹੀ ਨਹੀਂ ਆਇਆ ਵੀ ਮੇਰੀ ਉਮਰਾਂ ਨਿਕਲਦੀ ਜਾਂਦੀ ਹੈ। ਸਰਨ ਨਾਨਕ ਪ੍ਰਭ ਪੁਰਖ ਦੇ ਅਲੀਆ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਕੀ ਕਰਨਾ ਚਾਹੀਦਾ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜੇ ਮਨੁੱਖਾ ਸਰੀਰ ਮਿਲਿਆ, ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਲਾ, ਤੇਰਾ ਭਲਾ ਹੋ ਜਾਏਗਾ। ਇੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਜਿਸ ਬਿਸਰਤ ਤਨ ਭਸਮ ਹੋਏ, ਪਰਮਾਤਮਾ ਨੂੰ ਬਿਸਰ ਕੇ ਇਹ ਸਰੀਰ ਭਸਮ ਹੋ ਜਾਣਾ, ਸਵਾਹ ਹੋ ਜਾਣਾ ਹੈ। ਕਹਤੇ ਸਭ ਪ੍ਰੇਤ, ਤੈਨੂੰ ਪ੍ਰੇਤ ਪ੍ਰੇਤ ਕਹਿਣਾ, ਦੂਰ ਹੋਣਾ ਤੇ ਤੋਂ ਡਰ ਲੱਗਦਾ ਹੈ। ਖਿਨ ਗ੍ਰਹਿ ਮੈਂ ਬਸਨ ਨਾ ਦੇਵਈ, ਜਿਨ ਸਿਓ ਸੋਈ ਹੇਤ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨਾਲ ਅੱਜ ਤੂੰ ਪਿਆਰ ਕਰਦਾ ਨਾ, ਇਹ ਮੇਰਾ ਖਾਸ ਰਿਸ਼ਤੇਦਾਰ ਹੈ, ਇਹ ਮੇਰੇ ਧੀਆਂ ਪੁੱਤਰ ਨੇ, ਇਹ ਮੇਰੇ ਨਾਨਕੇ ਦਾਦਕੇ ਨੇ। ਜਿੱਦਣ ਤੇਰਾ ਅੰਤ ਵੇਲਾ ਆ ਗਿਆ ਨਾ, ਤੇਰੇ ਖਾਸ ਰਿਸ਼ਤੇਦਾਰ ਨੇ ਉੱਠ ਕੇ ਕਹਿਣਾ ਵੀ ਛੇਤੀ ਕਰੋ, ਇਹਨੂੰ ਚੁੱਕੇ ਲੈ ਕੇ ਚੱਲੀਏ। ਇਹ ਆਪਾਂ ਵੇਖਦੇ ਆ ਨਾ ਜ਼ਿੰਦਗੀ ਵਿੱਚ, ਜਦੋਂ ਮੁਰਦਾ ਸਰੀਰ ਨੂੰ ਘਰੋਂ ਚੁੱਕਣਾ ਨਾ, ਜਿਹੜੀ ਦੂਰ ਦੀ ਰਿਸ਼ਤੇਦਾਰੀ ਹੈ ਨਾ, ਉਹ ਨਹੀਂ ਬੋਲਦਾ, ਚੁੱਪ ਕਰਕੇ ਬੈਠਾ ਰਹਿੰਦਾ। ਜਿਹੜਾ ਖਾਸ ਹੁੰਦਾ ਨਾ, ਮਾਮਾ, ਚਾਚਾ, ਤਾਇਆ, ਦਾਦਾ, ਬਿਲਕੁਲ ਨੇੜੇ ਦੀ ਰਿਸ਼ਤੇਦਾਰੀ, ਉਹੀ ਬੋਲਦਾ। ਚਲੋ ਭਾਈ, ਟਾਈਮ ਬੜਾ ਹੁੰਦਾ ਜਾਂਦਾ, ਲੋਕਾਂ ਨੇ ਘਰੋਂ ਘਰੀ ਜਾਣਾ, ਪਹਿਲਾਂ ਮੁਰਦੇ ਨੂੰ ਚੁੱਕ ਕੇ ਸਾੜ ਕੇ ਆਈਏ। ਜਿਹਦੇ ਨਾਲ ਤੂੰ ਪਿਆਰ ਕਰਦਾ ਰਿਹਾ, ਉਹੀ ਬੰਦਾ ਤੈਨੂੰ ਹੁਣ 1 ਮਿੰਟ ਘਰ ਵਿੱਚ ਵੇਖਣਾ ਨਹੀਂ ਚਾਹੁੰਦਾ, ਛੇਤੀ ਨਾਲ ਤੈਨੂੰ ਚੁੱਕਣਾ ਚਾਹੁੰਦਾ। ਰਿਸ਼ਤੇਦਾਰ ਤੇ ਬੜੇ ਆਏ ਨੇ, ਸੈਂਕੜੇ ਆ ਗਏ ਨੇ। ਦੂਰ ਦਾ ਰਿਸ਼ਤੇਦਾਰ ਜਿਹੜਾ ਅੱਗੇ ਤੋਂ ਅੱਗੇ ਲੱਗਦਾ, ਉਹ ਚੁੱਪ ਕਰਕੇ ਬੈਠਾ, ਜੋ ਹੁੰਦਾ ਵੇਖੀ ਜਾ ਰਿਹਾ ਵੀ ਚਲ ਜਦੋਂ ਜਾਣਗੇ ਸ਼ਮਸ਼ਾਨ ਨੂੰ ਮੈਂ ਵੀ ਤੁਰ ਪਵਾਂਗਾ। ਪਰ ਜਿਹੜਾ ਖਾਸ ਰਿਸ਼ਤੇਦਾਰ ਨੇੜੇ ਰਿਹਾ, ਨੇੜੇ ਦੀ ਰਿਸ਼ਤੇਦਾਰੀ, ਉਹ ਫਿਰ ਜ਼ਿੰਮੇਵਾਰੀ ਸਮਝਦਾ ਵੀ ਮੇਰੀ ਜ਼ਿੰਮੇਵਾਰੀ ਹੈ। ਫਿਰ ਪਰਿਵਾਰ ਨੂੰ, ਬੱਚਿਆਂ ਨੂੰ ਆਖਦਾ ਵੀ ਛੇਤੀ ਕਰੋ, ਇਹਦਾ ਇਸ਼ਨਾਨ ਕਰਵਾਈਏ ਤੇ ਲੈ ਕੇ ਚੱਲੀਏ, ਲੋਕਾਂ ਨੇ ਪ੍ਰਸ਼ਾਦਾ ਪਾਣੀ ਛਕ ਕੇ ਵੀ ਜਾਣਾ ਹੈ। ਮਹਾਰਾਜ ਕਹਿਣ ਲੱਗੇ ਭਾਈ ਪਿਆਰਿਆ, ਬਚਨ ਇਹ ਹੈ
ਜਿਨ੍ਹਾਂ ਦੇ ਨਾਲ ਤੇਰਾ ਪ੍ਰੇਮ ਹੈ, ਅਸਲ ਵਿੱਚ ਉਹ ਬੰਦੇ ਤੈਨੂੰ ਇੱਕ ਮਿੰਟ ਵੀ ਹੁਣ ਘਰ ਵਿੱਚ ਵੇਖਣਾ ਨਹੀਂ ਚਾਹੁੰਦੇ। ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ, ਤੇਰੇ ਖਾਸ ਬੰਦਿਆਂ ਨੇ ਤੈਨੂੰ ਘਰ ਵਿੱਚ ਨਹੀਂ ਵਸਣ ਦੇਣਾ, ਰਹਿਣ ਨਹੀਂ ਦੇਣਾ ਹੈ। ਜਿਨ ਸਿਓ ਸੋਈ ਹੇਤ, ਜਿਨ੍ਹਾਂ ਦੇ ਨਾਲ ਤੇਰਾ ਮੋਹ ਸੀ, ਡਾਢਾ ਪ੍ਰੇਮ ਸੀ, ਉਹਨਾਂ ਨੇ ਤੈਨੂੰ ਘਰ ਵਿੱਚ ਜਾਣ ਵਾਸਤੇ ਕਹਿਣਾ ਹੈ। ਕਰ ਅਨਰਥ ਦਰਬ ਸੰਚਿਆ, ਜਿਹੜਾ ਦਰਬ ਧਨ ਹੈ, ਜਿਹੜਾ ਸੰਚਿਆ ਕਹੀਏ ਤੂੰ ਇਕੱਠਾ ਕੀਤਾ ਹੈ, ਕੌਡੀ ਕੌਡੀ ਜੋਰ ਕੈ ਜੋਰੈ ਲੱਖ ਕਰੋੜ, ਇਹ ਜਿਹੜਾ ਧਨ ਇਕੱਠਾ ਕੀਤਾ ਕਿਵੇਂ ਆ? ਕਰ ਅਨਰਥ, ਅਨਰਥ ਤੋਂ ਭਾਵ ਹੁੰਦਾ ਗੁਰਮੁਖੋ ਪਾਪ ਕਰਨਾ, ਪਾਪ ਕਰਕੇ ਮਾਇਆ ਇਕੱਠੀ ਕੀਤੀ ਹੈ। ਇਹਦਾ ਵੀ ਹੱਕ ਖੋਹ ਲਿਆ, ਉਹਦਾ ਵੀ ਹੱਕ ਮਾਰ ਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰ ਅਨਰਥ, ਪਾਪ ਕਰਕੇ ਦਰਬ ਸੰਚਿਆ, ਦਰਬ ਕਹੀਏ ਧਨ, ਸੰਚਿਆ ਕਹੀਏ ਇਕੱਠਾ ਕੀਤਾ। ਪਾਪ ਕਰਕੇ ਕੌਡੀ ਕੌਡੀ ਜੋੜ ਕੇ, 100 ਜੋੜ ਕੇ, 1000 ਜੋੜ ਕੇ ਹੌਲੀ ਹੌਲੀ ਵੱਡੀ ਰਕਮ ਬਣਾ ਲਈ। ਕਰ ਅਨਰਥ ਧਨ ਸੰਚਿਆ, ਅਨਰਥ ਕਰਕੇ ਪਾਪ ਕਰਕੇ ਜਿਹੜਾ ਧਨ ਇਸ ਨੇ ਇਕੱਠਾ ਕੀਤਾ ਹੈ। ਸੋ ਕਾਰਜ ਕੇਤ, ਗੁਰਮੁਖੋ ਮਰਨ ਵੇਲੇ ਉਹ ਧਨ ਕੰਮ ਨਹੀਂ ਆਇਆ। ਜਦੋਂ ਮਰਨ ਲੱਗਾ ਨਾ ਜਮ ਦਿਸੇ, ਫਿਰ ਜਮਾਂ ਨੂੰ ਕਹਿੰਦਾ ਮੈਂ ਇੰਨੀ ਮਾਇਆ ਕਮਾਈ ਹੈ, ਮੇਰੇ ਕੋਲੋਂ ਲੈ ਲਓ, ਮੈਨੂੰ ਛੱਡ ਦਿਓ। ਜਮ ਕਹਿੰਦੇ ਨਹੀਂ, ਉਹ ਮਾਇਆ ਤੇਰੇ ਹੁਣ ਕੰਮ ਨਹੀਂ ਆਉਣੀ ਹੈ। ਆਪਣੇ ਪੁੱਤਰਾਂ ਧੀਆਂ ਨੂੰ ਆਵਾਜ਼ ਮਾਰਦਾ, ਮਾਇਆ ਆਪਣੇ ਕੋਲ ਬੜੀ ਹੈ, ਮੈਨੂੰ ਚੰਗੇ ਕਿਸੇ ਹਸਪੀਟਲ ਲੈ ਜਾਓ। ਪੁੱਤਰੋ ਮਾਇਆ ਦੀ ਪਰਵਾਹ ਨਾ ਕਰਿਓ, ਮੈਂ ਬੜੀ ਕਮਾਈ ਹੈ, ਮੈਨੂੰ ਬਚਾ ਲਓ। ਤੇ ਪੁੱਤਰ ਵੀ ਸੋਚਦੇ ਨੇ ਵੀ ਜਿੰਨੀ ਇਹਨੇ ਕਮਾਈ ਹੈ ਉਹ ਸਾਰੀ ਸਾਡੇ ਕੋਲੋਂ ਲੁੱਟੀ ਜਾਣੀ ਹੈ, ਇਹਨੂੰ ਜ਼ਰੂਰ ਲੈ ਕੇ ਜਾਣਾ। ਉਹ ਘਰੇ ਹੀ ਲੰਮੇ ਪਾ ਛੱਡਦੇ, ਕਿਤੇ ਨਹੀਂ ਲੈ ਕੇ ਜਾਂਦੇ। ਸਾਰੀ ਉਮਰ ਕਮਾਈ ਮਾਇਆ ਅੱਜ ਇਹਦੇ ਕੰਮ ਨਹੀਂ ਆਉਂਦੀ ਪਈ ਹੈ। ਜਦੋਂ ਹੁਣ ਬਜ਼ੁਰਗ ਨੇ ਵੇਖਿਆ ਵੀ ਹੁਣ ਮੈਂ ਚਲੇ ਹੀ ਚੱਲਿਆ, ਫਿਰ ਉਹਨੇ ਪੁੱਤਰਾਂ ਨੂੰ ਆਵਾਜ਼ ਮਾਰੀ, ਪੁੱਤਰੋ ਧਨ ਬੜਾ ਕਮਾਇਆ, ਤੁਹਾਨੂੰ ਵੀ ਨਹੀਂ ਮੁੱਕੇਗਾ, ਇਹਦੇ ਵਿੱਚੋਂ ਥੋੜ੍ਹਾ ਜਿਹਾ ਦਾਨ ਪੁੰਨ ਕਰ ਦਿਓ। ਪਰ ਨਹੀਂ, ਉਹਨਾਂ ਨੇ ਤੇਰੀ ਗੱਲ ਸੁਣ ਕੇ ਅਣਸੁਣੀ ਕਰ ਦਿੱਤੀ ਹੈ। ਮਸਾਂ ਮਾਇਆ ਕਮਾਈ ਹੈ, ਅਸੀਂ ਲੋਕਾਂ ਵਿੱਚ ਕਿਉਂ ਵੰਡੀਏ। ਮਹਾਰਾਜ ਕਹਿਣ ਲੱਗੇ ਕਰ ਅਨਰਥ ਦਰਬ ਸੰਚਿਆ, ਪਾਪ ਕਰਕੇ ਕੀਤੀ ਮਾਇਆ ਇਕੱਠੀ। ਸੋ ਕਾਰਜ ਕੇ ਤੋ ਮਾਇਆ ਪਾਪ ਵਾਲੀ ਕੰਮ ਆਈ ਨਹੀਂ, ਨਾ ਇਹਦਾ ਇਲਾਜ ਕਰਵਾ ਸਕੇ, ਨਾ ਇਹਦੇ ਵਾਸਤੇ ਦਾਨ ਪੁੰਨ ਕਰ ਸਕੇ, ਨਾ ਇਹਦੇ ਵਾਸਤੇ ਕੋਈ ਉਸ ਵੇਲੇ ਮਾਇਆ ਨੇ ਕੰਮ ਕੀਤਾ। ਉਹ ਸਾਰੀ ਦੀ ਸਾਰੀ ਇਕੱਠੀ ਕੀਤੀ ਉਸੇ ਤਰ੍ਹਾਂ ਪਈ ਹੋਈ ਹੈ। ਜੈਸਾ ਬੀਜਾ ਸੋ ਲੁਣਾ, ਕਰਮ ਇਹੋ ਖੇਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਸਰੀਰ ਗੁਰਮੁਖਾ ਇੱਕ ਖੇਤ ਹੈ, ਜ਼ਮੀਨ ਹੈ, ਤੇ ਜ਼ਮੀਨ ਦੇ ਵਿੱਚ ਜਿਹੜਾ ਬੀ ਪਾਵੇਂਗਾ ਨਾ ਉਹੀ ਉਗਣਾ। ਕਦੇ ਇਹ ਨਹੀਂ ਹੁੰਦਾ ਵੀ ਆਪਾਂ ਬੀ ਕਣਕ ਦਾ ਪਾਈਏ ਤੇ ਝੋਨਾ ਉੱਗ ਪਵੇ, ਜਾਂ ਬੀ ਗੰਨੇ ਦਾ ਬੀਜੀਏ ਤੇ ਉਥੋਂ ਆੜੂ ਨਿਕਲ ਪਵੇ। ਨਹੀਂ, ਜਿਹੜਾ ਬੀ ਬੀਜਿਆ, ਕਣਕ ਬੀਜੀ ਹੈ, ਝੋਨਾ ਬੀਜਾਂਗੇ, ਫਸਲ ਬੀਜਾਂਗੇ, ਬਾਗ ਲਾਵਾਂਗੇ, ਜਿਹੜਾ ਬੀ ਬੋਇਆ ਹੈ ਉਗਣਾ ਉਹੀ ਹੈ। ਇਹ ਸਰੀਰ ਵੀ ਖੇਤ ਹੈ, ਇਹਦੇ ਵਿੱਚ ਜੇ ਪਾਪ ਬੀਜਾਂਗੇ ਤੇ ਅੱਗੇ ਪਾਪ ਹੀ ਫਲੇਗਾ, ਪੁੰਨ ਬੀਜਾਂਗੇ ਤੇ ਪੁੰਨ ਨਿਕਲੇਗਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਭਾਈ ਇਹ ਮਨੁੱਖ ਜਿਹੜਾ ਨਾ ਲੋੜਾ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ। ਇੱਕ ਜ਼ਿਮੀਂਦਾਰ ਨੇ ਨਾ ਕਿੱਕਰ ਦਾ ਬੀ ਧਰਤੀ ਵਿੱਚ ਬੀਜਿਆ, ਬਹਿ ਗਿਆ ਕੋਲ ਮੰਜਾ ਢਾਹ ਕੇ। ਕਿਸੇ ਨੇ ਪੁੱਛਿਆ ਕੀ ਕਰਦਾ? ਕਹਿਣ ਲੱਗਾ ਹੁਣ ਇੱਥੋਂ ਅੰਗੂਰਾਂ ਦੀਆਂ ਬੇਲਾਂ ਬਾਹਰ ਨੂੰ ਨਿਕਲਣਗੀਆਂ ਤੇ ਮੈਂ ਅੰਗੂਰ ਤੋੜ ਕੇ ਖਾਵਾਂਗਾ। ਤੇ ਪੁੱਛਣ ਵਾਲੇ ਨੇ ਪੁੱਛਿਆ ਵੀ ਬਾਪੂ ਅੰਗੂਰ ਬੀਜੇ ਨੇ? ਕਹਿਣ ਲੱਗਾ ਨਹੀਂ, ਅੰਗੂਰ ਨਹੀਂ ਬੀਜੇ, ਬੀਜਿਆ ਤੇ ਕਿੱਕਰ ਹੈ। ਤੇ ਫਿਰ ਉਸਨੇ ਆਖਿਆ, ਕਹਿਣ ਲੱਗਾ ਜੇ ਕਿੱਕਰ ਬੀਜਿਆ ਤੇ ਕਿੱਕਰ ਹੀ ਪੈਦਾ ਹੋਣਾ, ਕੰਡੇ ਹੀ ਵੱਜਣਗੇ, ਲੁੰਗ ਸਿਰ ਵਿੱਚ ਡਿੱਗੇਗੀ, ਤੁਕਲੇ ਥੱਲੇ ਡਿੱਗਣਗੇ, ਪਰ ਅੰਗੂਰ ਨਹੀਂ ਉਹ ਮਿਲਣੇ, ਕਿਉਂਕਿ ਧਰਤੀ ਦਾ ਇੱਕ ਨਿਯਮ ਹੈ, ਜਿਹੜਾ ਬੀਜ ਬੀਜੀਏ ਉਹੀ ਫਲ ਮਿਲਦਾ। ਇੱਥੇ ਹੁਣ ਤੈਨੂੰ ਅੰਗੂਰ ਨਹੀਂ ਮਿਲਣਾ। ਮਹਾਰਾਜ ਕਹਿਣ ਲੱਗੇ ਸਰੀਰ ਤੇਰਾ ਇੱਕ ਖੇਤ ਹੈ, ਕਰਮ ਤੇਰਾ ਬੀਜ ਹੈ, ਜਿਵੇਂ ਦਾ ਕਰਮ ਬੀਜੇਗਾ। ਜੇ ਪਾਪ ਦਾ ਕਰਮ ਬੀਜਿਆ ਤੇ ਪਾਪ ਵਧੇਗਾ, ਪੁੰਨ ਦਾ ਬੀਜਿਆ ਪੁੰਨ ਵਧੇਗਾ। ਭਲੇ ਦਾ ਕਰਮ ਕੀਤਾ, ਬੇਈਮਾਨੀ ਦਾ ਕੀਤਾ, ਕਿਸੇ ਨੂੰ ਠੱਗਣ ਦਾ ਕੀਤਾ, ਕਿਸੇ ਦੀ ਰੋਜੀ ਰੋਟੀ ਖੋਹਣ ਦਾ ਯਤਨ ਕੀਤਾ, ਜਿਵੇਂ ਦਾ ਵੀ ਬੀਜਦਾ ਪਿਆ, ਦੁਨੀਆ ਵੱਲੋਂ ਪਰਦਾ ਕਰੇਗਾ, ਦੁਨੀਆ ਵੱਲ ਚੰਗਾ ਬਣੇਗਾ ਵੀ ਮੈਂ ਨਹੀਂ ਕੀਤਾ,
ਪਰਮਾਤਮਾ ਦੇ ਕੋਲੋਂ ਪਰਦਾ ਨਹੀਂ ਕੀਤਾ ਜਾਣਾ। ਉਹਨੂੰ ਪਤਾ ਹੈ ਤੇਰਾ ਇਹਦੇ ਵਿੱਚ ਕਿੰਨਾ ਯੋਗਦਾਨ। ਆਪਾਂ ਕੋਈ ਕੰਮ ਸ਼ੁਰੂ ਕਰਦੇ ਨਾ, ਵਿੱਚ ਸ਼ੇਅਰ ਰੱਖ ਲੈਂਦੇ, ਇੰਨੇ % ਮੇਰਾ, ਤੇ ਜਿੰਨਾ ਅਸੀਂ ਖਰਚਾ ਕਰਦੇ ਹਾਂ ਆਮਦਨ ਵਿੱਚੋਂ ਵੀ ਓਨਾ ਹੀ ਸਾਨੂੰ ਮਿਲਣਾ ਹੈ। ਉਨੇ % ਹੀ ਆਮਦਨ ਮਿਲਣੀ ਹੈ ਜਿੰਨੇ % ਅਸੀਂ ਉੱਤੇ ਖਰਚਾ ਲਾਇਆ ਹੈ। ਇਸੇ ਤਰ੍ਹਾਂ ਜਿੰਨਾ ਵੀ ਪਾਪ ਦੇ ਵਿੱਚ ਤੂੰ ਯੋਗਦਾਨ ਪਾਇਆ, ਭਾਵੇਂ ਤੂੰ ਚੁਗਲੀ ਕੀਤੀ ਹੈ, ਭਾਵੇਂ ਤੂੰ ਹਾਮੀ ਭਰੀ ਹੈ, ਭਾਵੇਂ ਤੂੰ ਗਵਾਹੀ ਦਿੱਤੀ ਹੈ, ਭਾਵੇਂ ਤੂੰ ਗੱਲ ਦਾ ਮੁੱਢ ਬੱਧਾ ਹੈ, ਜਿੰਨਾ ਯੋਗਦਾਨ ਤੂੰ ਪਾਇਆ ਉਨੇ % ਦਾ ਫਲ ਤੈਨੂੰ ਮਿਲਣਾ ਹੀ ਮਿਲਣਾ ਹੈ। ਜਿੰਨਾ ਦੂਜੇ ਨੇ ਪਾਇਆ ਉਹਨਾਂ ਉਹਨੂੰ ਮਿਲ ਜਾਣਾ ਹੈ। ਮਹਾਰਾਜ ਬਚਨ ਕਰਦੇ ਕਹਿਣ ਲੱਗੇ, ਕਰਮ ਇਹੋ ਖੇਤ, ਇਹ ਸਰੀਰ ਧਰਤੀ ਹੈ ਤੇ ਕਰਮ ਤੇਰਾ ਬੀਜ ਹੈ। ਜਿਵੇਂ ਦਾ ਬੀਜ ਬੀਜੇਗਾ, ਮਹਾਰਾਜ ਕਹਿਣ ਲੱਗੇ ਜੈਸਾ ਬੀਜੈ ਸੋ ਲੁਣੈ। ਜਿਹੋ ਜਿਹਾ ਬੀਜਿਆ ਵੱਢਣਾ ਵੀ ਉਹੋ ਜਿਹਾ ਹੀ ਪੈਣਾ ਹੈ। ਉਸ ਤਰ੍ਹਾਂ ਦੀ ਫਸਲ ਪ੍ਰਾਪਤ ਹੁੰਦੀ ਹੈ। ਅਕਿਰਤ ਘਣਾ ਹਰ ਵਿਸਰਿਆ, ਜੋਨੀ ਪਰਮੇਤ। ਗੁਰੂ ਦੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਅਕਿਰਤ ਘਣ ਨੇ, ਅਕਿਰਤ ਘਣ ਉਸ ਨੂੰ ਕਿਹਾ ਜਾਂਦਾ ਜਿਹੜਾ ਕੀਤੇ ਹੋਏ ਪਰਉਪਕਾਰ ਨੂੰ ਭੁਲਾ ਦੇਵੇ, ਉਹਨੂੰ ਕਿਹਾ ਜਾਂਦਾ ਅਕਿਰਤ ਘਣ। ਕਿਸੇ ਬੰਦੇ ਤੇ ਅਸੀਂ ਕੋਈ ਪਰਉਪਕਾਰ ਕਰੀਏ ਨਾ, ਫਾਇਦਾ ਕਰੀਏ, ਲਾਭ ਕਰੀਏ, ਤੇ ਸਾਡੇ ਤੇ ਮੁਸੀਬਤ ਪੈ ਜਾਵੇ ਤੇ ਉਹ ਬੰਦਾ ਪਰੇ ਹੋ ਜਾਵੇ, ਤੇ ਆਪਾਂ ਉਹਨੂੰ ਕਹਿੰਦੇ ਆ ਬੰਦਾ ਅਕਿਰਤ ਘਣ ਹੈ। ਮੈਂ ਇਹ ਤੇ ਪਰਉਪਕਾਰ ਕੀਤਾ ਪਰ ਲੋੜ ਵੇਲੇ ਮੇਰੇ ਕੰਮ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਤੈਨੂੰ ਹਰ ਵੇਲੇ ਪਾਲਦਾ, ਤੈਨੂੰ ਸਾਹ ਵੀ ਦਿੰਦਾ ਪਿਆ, ਤੈਨੂੰ ਰੁਜ਼ਗਾਰ ਵੀ ਦਿੰਦਾ ਪਿਆ, ਤੈਨੂੰ ਪਰਿਵਾਰ ਵੀ ਦਿੰਦਾ ਪਿਆ, ਦੁਨੀਆ ਦੇ ਸੁੱਖ ਦਿੱਤੇ ਪਰਮਾਤਮਾ ਨੇ ਤੇ ਤੈਨੂੰ ਸਭ ਕੁਝ ਦਿੱਤਾ, ਪਰ ਤੂੰ ਪਰਮਾਤਮਾ ਦੇ ਕੰਮ ਨਹੀਂ ਆਇਆ, ਤੂੰ ਕਦੇ ਉਹਦਾ ਨਾਮ ਨਹੀਂ ਜਪਿਆ। ਇਸ ਕਰਕੇ ਤੂੰ ਅਕਿਰਤ ਘਣ ਹੈ। ਪਰਮਾਤਮਾ ਕੋਲੋਂ ਤੇ ਲਈ ਗਿਆ, ਪਰ ਜਦੋਂ ਪਰਮਾਤਮਾ ਦੀ ਵਾਰੀ ਆਈ ਨਾਮ ਜਪਣ ਦੀ ਉਦੋਂ ਜਪਿਆ ਨਹੀਂ। ਇਸ ਕਰਕੇ ਅਕਿਰਤ ਘਣ ਹੈ। ਅਕਿਰਤ ਘਣਾ ਹਰ ਵਿਸਰਿਆ, ਅਕਿਰਤ ਘਣਾ ਨੂੰ ਪਰਮਾਤਮਾ ਭੁੱਲ ਗਿਆ ਹੈ। ਜੇ ਪਰਮਾਤਮਾ ਭੁੱਲ ਜਾਏਗਾ ਤੇ ਗੁਰਮੁਖੋ ਘਾਟਾ ਪਰਮਾਤਮਾ ਨੂੰ ਨਹੀਂ। ਸਾਡੇ ਮਨ ਵਿੱਚ ਇਹ ਆਉਂਦਾ ਵੀ ਜੇ ਮੈਂ ਪਾਠ ਨਾ ਕੀਤਾ, ਜੇ ਮੈਂ ਬਾਣੀ ਨਾ ਪੜ੍ਹੀ ਤੇ ਗੁਰੂ ਨੂੰ ਘਾਟਾ ਪੈ ਜਾਣਾ। ਗੁਰੂ ਨੂੰ ਘਾਟਾ ਕੋਈ ਨਹੀਂ ਹੈ ਜੇ ਪਾਠ ਨਹੀਂ ਕਰਾਂਗੇ। ਘਾਟਾ ਕਿਹਨੂੰ ਪੈਣਾ ਹੈ? ਜੋਨੀ ਪਰਮੇਤ। ਘਾਟਾ ਮੈਨੂੰ ਪੈਣਾ ਕਿਉਂਕਿ ਮੈਨੂੰ ਉਹਨੇ ਜਨਮਾਂ ਵਿੱਚ ਪਾ ਦੇਣਾ ਵੀ ਚੱਲ ਭਾਈ ਜਨਮਾਂ ਵਿੱਚ ਤੁਰਿਆ ਜਾ। ਪਰਮਾਤਮਾ ਨੇ ਦਿੱਤਾ ਤੇ ਬਹੁਤ ਕੁਝ, ਪਰ ਇਹਨੇ ਉਹਦਾ ਸ਼ੁਕਰਾਨਾ ਨਹੀਂ ਕੀਤਾ, ਅਕਿਰਤ ਘਣ ਬਣ ਗਿਆ। ਨਹੀਂ ਸ਼ੁਕਰਾਨਾ ਕੀਤਾ, ਨਹੀਂ ਨਾਮ ਜਪਿਆ, ਤੇ ਪਰਮਾਤਮਾ ਨੇ ਜੂਨਾਂ ਵੱਲ ਤੋਰਿਆ, ਜਨਮਾਂ ਵੱਲ ਤੋਰਿਆ ਵੀ ਚੱਲ ਫਿਰ ਜਨਮਾਂ ਵਿੱਚ ਤੁਰਿਆ ਚੱਲ। ਜੋਨੀ ਤੋਂ ਭਾਵ ਜੂਨਾ, ਪਰਮੇਤ ਤੋਂ ਭਾਵ ਭਰਮਣਾ। ਜੂਨਾਂ ਵਿੱਚ ਭਰਮਦਾ ਫਿਰਦਾ, ਕਦੇ ਕਿਸੇ ਜਨਮ ਦੇ ਵਿੱਚ, ਕਦੇ ਕਿਸੇ ਜਨਮ ਦੇ ਵਿੱਚ। ਐਸੀ ਇਹਦੀ ਹਾਲਤ ਹੋ ਜਾਂਦੀ ਹੈ। ਇਹ ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਸਾਡੇ ਹਿਰਦੇ ਵਸ ਜਾਣ। ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਜੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਜੈਸਾ ਬੀਜੈ ਸੋ ਲੁਣੈ, ਕਰਮ ਇਹੋ ਖੇਤ। ਅਕਿਰਤ ਘਣਾ ਹਰ ਵਿਸਰਿਆ, ਜੋਨੀ ਪਰਮੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।